सर 1947 1947 ਉਹ ਸਾਲ ਜਦੋਂ ਕਿ ਇੰਡੀਆ ਔਰ ਪਾਕਿਸਤਾਨ ਆਜ਼ਾਦ ਹੋਏ। ਲੇਕਿਨ 1947 ਦੇ ਵਿੱਚ ਜਦੋਂ ਹਜੇ ਇੰਡੀਆ ਆਜ਼ਾਦ ਹੋਣ ਤੋਂ ਬਾਅਦ ਜਿਹੜੀ ਅੱਜ ਅਸੀਂ ਗੱਲ ਕਰਦੇ ਹਾਂ, ਜਦ ਅਸੀਂ ਬੁਨਿਆਦੀ ਸਵਾਲ ਅੱਜ ਅਸੀਂ ਖੜਾ ਕਰਦੇ ਹਾਂ ਕਿ ਇੱਕ ਤਰਫ ਇੰਡੀਆ ਦੇ ਵਿੱਚ ਬਹੁਤ ਸਾਰੇ ਲੋਕ ਗਰੀਬ ਨੇ, ਅੱਜ ਹੈਲਥ ਕੇਅਰ ਇਨਫਰਾਸਟ੍ਰਕਚਰ ਜਾਂ ਐਜੂਕੇਸ਼ਨ ਜਾਂ ਹੋਰ ਜਗ੍ਹਾਵਾਂ ਦੇ ਉੱਤੇ ਪੈਸਾ ਖਰਚ ਕਰਨ ਦੀ ਜ਼ਰੂਰਤ ਹੈ, ਤਾਂ ਕਿਉਂ ਅਸੀਂ ਇਹ ਪੈਸਾ ਇੱਥੇ ਖਰਚ ਕਰ ਰਹੇ ਹਾਂ? ਜੀ ਹਾਂ, 1947 ਦੇ ਵਿੱਚ ਜਦੋਂ ਇੰਡੀਆ ਆਜ਼ਾਦ ਹੋਇਆ ਤੇ ਬੁਨਿਆਦੀ ਜ਼ਰੂਰਤਾਂ ਹੀ ਪੂਰੀਆਂ ਕਰ ਰਿਹਾ ਸੀ। ਸਾਨੂੰ ਅੱਜ ਵੀ ਉਹ ਤਸਵੀਰਾਂ ਯਾਦ ਹੈ ਕਿ ਇੰਡੀਆ ਰਸ਼ੀਆ ਤੋਂ ਚਾਵਲ ਗੇਹੂੰ ਲੈ ਰਿਹਾ ਸੀਗਾ, ਅਸੀਂ ਏਡ ਲੈਂਦੇ ਸੀਗੇ ਇੰਡੀਆ, ਬਿਲਕੁਲ, ਕਿਉਂਕਿ 1947 ਚ ਆਜ਼ਾਦ ਹੋਏ। ਔਰ 1950s ਦੇ ਵਿੱਚ ਜਦੋਂ ਮੂਨ ਮਿਸ਼ਨਸ ਤਿਆਰ ਕੀਤੇ ਜਾ ਰਹੇ ਸੀ, ਚੰਦਰਮਾ ਦੇ ਉੱਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਸੀਗੀ ਰਸ਼ੀਆ ਦੁਆਰਾ, ਅਮਰੀਕਾ ਦੁਆਰਾ, ਤੇ ਇੰਡੀਆ ਤੇ ਹਜੇ ਆਜ਼ਾਦ ਹੀ ਹੋਇਆ ਸੀਗਾ। ਤਾਂ ਉਸ ਵੇਲੇ ਤੇ ਸਾਰੀਆਂ ਚੀਜ਼ਾਂ ਜ਼ਰੂਰੀ ਸੀਗੀਆਂ ਕਿ ਇੰਡੀਆ ਨਵਾਂ ਆਜ਼ਾਦ ਹੋਇਆ ਹੈ, ਹਜੇ ਬਹੁਤ ਕੁਝ ਬਣਨਾ ਬਾਕੀ ਹੈ। ਲੇਕਿਨ ਸਾਡਾ ਸਪੇਸ ਮਿਸ਼ਨ ਉਹ ਵਿਜ਼ਨ ਸੀਗਾ, ਬਹੁਤ ਪਹਿਲਾਂ ਤੋਂ ਹੀ ਇਹਦੀ ਸ਼ੁਰੂਆਤ ਹੋ ਗਈ ਸੀਗੀ ਕਿ ਯੈਸ, ਇੰਡੀਆ ਨੇ ਇੱਕ ਸਪੇਸ ਪਾਵਰ ਵੀ ਬਣਨਾ ਹੈ। ਬੁਨਿਆਦ ਰੱਖ ਦਿੱਤੀ ਗਈ ਸੀ IITs ਦੀ, ਬੁਨਿਆਦ ਰੱਖ ਦਿੱਤੀ ਗਈ ਸੀ IIM ਕਾਲਜਸ ਦੀ। IITs ਉਹ ਇੰਜੀਨੀਅਰਿੰਗ ਕਾਲਜਸ ਜਿਨ੍ਹਾਂ ਨੇ ਕਿ ਅੱਜ ਦੁਨੀਆ ਭਰ ਦੇ ਵਿੱਚ ਬਹੁਤ ਬ੍ਰਿਲੀਅੰਟ ਇੰਜੀਨੀਅਰਸ ਦਿੱਤੇ ਨੇ। IIM ਗ੍ਰੈਜੂਏਟਸ, ਮੈਨੇਜਮੈਂਟ ਗ੍ਰੈਜੂਏਟਸ ਅੱਜ ਦੁਨੀਆ ਭਰ ਦੇ ਵਿੱਚ CEOs ਉਸ ਜਗ੍ਹਾ ਤੋਂ ਆ ਰਹੇ ਨੇ। ਬੁਨਿਆਦ ਰੱਖ ਦਿੱਤੀ ਗਈ ਸੀ ਏਮਸ ਦੀ, ਉਹ ਐਸੇ ਮੈਡੀਕਲ ਹਸਪੀਟਲਸ ਜਿਹੜੇ ਕਿ ਰਿਸਰਚ ਵਰਕ ਦੇ ਵਿੱਚ ਅੱਗੇ ਵਧਣ। ਕੋਈ ਕਾਰਨ ਹੈ ਕਿ ਅੱਜ ਇੰਡੀਆ ਨੇ ਵੈਕਸੀਨਸ ਜਿਹੜੀਆਂ ਨੇ ਬੜੇ ਆਰਾਮ ਦੇ ਨਾਲ ਬਣਾ ਲਈਆਂ, ਔਰ ਬੜੀ ਵੱਡੀ ਤਾਦਾਦ ਦੇ ਵਿੱਚ ਨਾ ਸਿਰਫ ਇੰਡੀਆ ਨੇ ਸੈਲਫ ਸਫੀਸ਼ੀਐਂਟ ਵੈਕਸੀਨਸ ਬਣਾ ਲਈਆਂ, ਬਲਕਿ ਦੁਨੀਆ ਭਰ ਨੂੰ ਐਕਸਪੋਰਟ ਵੀ ਕੀਤੀਆਂ। ਕੋਈ ਕਾਰਨ ਹੈ ਕਿ ਰਸ਼ੀਆ ਔਰ ਯੂਕਰੇਨ ਜੰਗ ਦੇ ਵਿੱਚ ਇੰਡੀਆ ਜੋ ਕਿ ਨੈਟ ਆਇਲ ਇੰਪੋਰਟਰ ਹੈ, ਇੰਡੀਆ ਨੂੰ ਖੁਦ ਜ਼ਰੂਰਤ ਪੈਂਦੀ ਹੈ, ਇੰਨਾ ਤੇਲ ਤੇ ਇੰਡੀਆ ਚੋਂ ਨਿਕਲਦਾ ਨਹੀਂ, ਲੇਕਿਨ ਉਹਦੇ ਬਾਵਜੂਦ ਰਸ਼ੀਆ ਤੋਂ ਆਇਲ ਖਰੀਦ ਕੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਕੇ ਆਇਲ ਰਿਫਾਈਨਰੀਜ਼ ਇੰਨੀਆਂ ਸਟਰੋਂਗ ਹੈ ਕਿ ਇੰਡੀਆ ਨੇ ਐਕਸਪੋਰਟ ਵੀ ਕਰ ਦਿੱਤਾ। ਇਹ ਵਿਜ਼ਨ ਸੀਗਾ, ਇਹ ਵਿਜ਼ਨ ਸੀਗਾ 1950s ਦੇ ਵਿੱਚ, 60s 70s, ਔਰ ਅੱਜ ਤੱਕ ਉਹ ਵਿਜ਼ਨ ਚੱਲ ਰਿਹਾ ਹੈ, ਜਿਹਦੇ ਤਹਿਤ ਕਿ ਅੱਜ ਉਹ ਅੱਗੇ ਦੀ ਸੋਚ ਨੂੰ ਲੈ ਕੇ ਇਹ ਜਿਹੜਾ ਪੈਸਾ ਇੱਧਰ ਖਰਚ ਕੀਤਾ ਜਾ ਰਿਹਾ ਹੈ, ਯੈਸ, ਬਿਲੀਅਨਸ ਆਫ ਡਾਲਰ ਸਪੇਸ ਪ੍ਰੋਗਰਾਮ ਦੇ ਵਿੱਚ ਖਰਚ ਕੀਤੇ ਜਾ ਰਹੇ ਨੇ। ਔਰ ਦੁਨੀਆ ਜਿਹੜੀ ਕਿ ਪ੍ਰੋਗਰੈਸਿਵ ਕੰਟਰੀਜ਼ ਨੇ, ਜਿਹੜੇ ਪ੍ਰੋਗਰੈਸਿਵ ਸੋਚ ਰੱਖਦੇ ਨੇ, ਇਹਨੂੰ ਸਮਝਦੇ ਨੇ। ਅੱਜ CNN ਤੋਂ ਲੈ ਕੇ BBC, ਅੱਜ ਫੌਕਸ ਨਿਊਜ਼ ਤੋਂ ਲੈ ਕੇ ਸਕਾਈ ਨਿਊਜ਼, ਤੁਸੀਂ ਦ ਗਾਰਡੀਅਨ ਪੜ੍ਹੋ, ਇੰਗਲੈਂਡ ਦਾ ਕੀ ਲਿਖ ਰਿਹਾ ਅੱਜ, ਉਹ ਕਹਿੰਦੇ ਪਹੁੰਚੇ ਨਹੀਂ ਹੈ ਸਟਾਈਲ ਦੇ ਵਿੱਚ ਪਹੁੰਚੇ। ਇਕੋਨੋਮਿਸਟ ਦੀ ਰਿਪੋਰਟ ਪੜ੍ਹੋ ਅੱਜ ਕੀ ਲਿਖਦਾ ਹੈ ਇਕੋਨੋਮਿਸਟ, ਕਿ ਕਿਸ ਸਟਾਈਲ ਦੇ ਨਾਲ ਇੰਡੀਆ ਨੇ ਲੈਂਡਿੰਗ ਕੀਤੀ। ਖੈਰ, ਵੈਸਟਰਨ ਮੀਡੀਆ ਤਾਂ ਇਸ ਲਈ ਵੀ ਹੋਰ ਇੰਡੀਆ ਦੀ ਜ਼ਿਆਦਾ ਤਾਰੀਫ ਕਰ ਰਿਹਾ ਕਿਉਂਕਿ ਨਾਲ ਉਹ ਲਿਖ ਰਹੇ ਨੇ ਕਿ ਜੀ ਆਖਰੀ ਜੇ ਕੋਈ ਥੋੜੇ ਬਹੁਤੇ ਸਾਹ ਬਚੇ ਸੀਗੇ ਰਸ਼ੀਅਨ ਸਪੇਸ ਪ੍ਰੋਗਰਾਮ ਦੇ ਵਿੱਚ, ਤੇ ਉਹਨਾਂ ਦਾ ਜਿਹੜਾ ਮਿਸ਼ਨ ਮੂਨ ਆ ਉਹ ਕ੍ਰੈਸ਼ ਹੋ ਗਿਆ ਤੇ ਇੰਡੀਆ ਦਾ ਬੜਾ ਕਾਮਯਾਬ ਰਿਹਾ। ਖੈਰ, ਅਸੀਂ ਤਾਂ ਚਾਹੁੰਦੇ ਹਾਂ ਸਾਰਿਆਂ ਦਾ ਕਾਮਯਾਬ ਹੋਏ, ਰਸ਼ੀਆ ਦਾ ਵੀ ਹੋਣਾ ਚਾਹੀਦਾ ਕਾਮਯਾਬ, ਲੇਕਿਨ ਤਾਰੀਫ ਅੱਜ ਦੁਨੀਆ ਭਰ ਦਾ ਮੀਡੀਆ ਇੰਡੀਆ ਦੇ ਇਸ ਸ਼ਾਨਦਾਰ ਕਾਰਨਾਮੇ ਦੀ ਕਰ ਰਿਹਾ। ਇਹ ਫੋਨ ਮੇਰੇ ਹੱਥ 'ਚ ਹੈ, ਕੀ ਇਹਦੇ ਵਿੱਚ ਮੈਂ ਲੋਕੇਟ ਕਰ ਸਕਦਾ ਹਾਂ ਕਿ ਨਿਊਯਾਰਕ ਦਾ ਚੱਪਾ ਲੋਕੇਟ ਕਰ ਸਕਦਾ ਹੈ? ਇਹ ਕਿੱਦਾਂ ਪੋਸੀਬਲ ਹੋਇਆ? GPS ਸਿਸਟਮ, ਬਿਕੋਜ਼ ਆਫ ਸਪੇਸ ਪ੍ਰੋਗਰਾਮਸ। ਜੇ ਸਪੇਸ ਪ੍ਰੋਗਰਾਮਸ ਨਾ ਹੁੰਦੇ ਤਾਂ ਇਹ ਨਾ ਹੁੰਦਾ। ਜਦ ਅਸੀਂ ਕਾਲ ਕਰਦੇ ਹਾਂ ਸੈਟਲਾਈਟਸ ਦੇ ਜ਼ਰੀਏ, ਤੁਸੀਂ ਇੱਕ ਛੋਟਾ ਜਿਹਾ ਘਰ ਦੇ ਵਿੱਚ ਊਬਰ ਈਟਸ ਦੇ ਜ਼ਰੀਏ, ਕਿਸੇ ਦੇ ਜ਼ਰੀਏ ਘਰ ਦੇ ਵਿੱਚ ਕੁਝ ਖਾਣਾ ਆਰਡਰ ਕਰਦੇ ਹੋ, ਇਹ ਫੋਨ ਦੇ ਜ਼ਰੀਏ ਉਹ ਤੁਹਾਨੂੰ ਲੋਕੇਟ ਕਰਦੇ ਨੇ, ਔਰ ਇੱਕ ਨਹੀਂ, ਦੋ ਨਹੀਂ, ਤਿੰਨ ਸੈਟਲਾਈਟਸ ਦਾ ਇਸਤੇਮਾਲ ਹੁੰਦਾ ਹੈ। ਇਹ ਕਮਾਲ ਹੈ ਸਪੇਸ ਪ੍ਰੋਗਰਾਮਸ ਦਾ। ਜੇ ਮੈਂ ਦੱਸਣਾ ਹੋਵੇ ਕਿ ਸਪੇਸ ਪ੍ਰੋਗਰਾਮਸ ਦੀ ਕੀ ਅਹਿਮੀਅਤ ਹੈ ਤਾਂ ਸਾਨੂੰ ਮੇਰੇ ਖਿਆਲ ਦੇ ਨਾਲ ਘੱਟ ਤੋਂ ਘੱਟ 2 ਘੰਟੇ ਚਾਹੀਦੇ ਹੋਣਗੇ ਤਾਂ ਕਿ ਮੈਂ ਐਕਸਪਲੇਨ ਕਰ ਸਕਾਂ। ਇੱਕ ਛੋਟੇ ਬੱਚੇ ਦੇ ਜਿਹੜੇ ਡਾਈਪਰਸ ਵੀ ਅਸੀਂ ਪਾਉਂਦੇ ਹਾਂ ਨਾ, ਉਹ ਵੀ ਸਪੇਸ ਪ੍ਰੋਗਰਾਮ ਦੇ ਕਾਰਨ ਆਇਆ, ਕਿਉਂਕਿ ਜਦੋਂ ਸਾਇੰਟਿਸਟ ਬਾਹਰ ਜਾਂਦੇ ਨੇ, ਜਦੋਂ ਐਸਟਰੋਨੌਟਸ ਬਾਹਰ ਜਾਂਦੇ ਨੇ, ਤੇ ਉਹ ਐਸਟਰੋਨੌਟਸ ਬਾਹਰ ਜਾ ਕੇ, ਜੇ ਜ਼ਾਹਿਰ ਜੀ ਗੱਲ ਆ ਨੇਚਰ ਕਾਲ ਹੋ ਸਕਦੀ ਹੈ, ਤਾਂ ਫਿਰ ਉਸ ਵੇਲੇ ਉਹ ਵਾਪਸ ਨਹੀਂ ਅੰਦਰ ਆਣਗੇ। ਸੋ ਦੈਟਸ ਵਾਈ ਦੇ ਇਨਵੈਂਟਡ ਥੀਸ ਡਾਈਪਰਸ। ਔਰ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਜੋ ਉੱਪਰ ਸਪੇਸ ਦੇ ਵਿੱਚ ਇਨਵੈਂਟ ਕੀਤੀਆਂ ਗਈਆਂ ਔਰ ਸਪੇਸ ਮਿਸ਼ਨਸ ਦੇ ਦਰਮਿਆਨ ਇਨਵੈਂਟ ਕੀਤੀਆਂ ਜਾਂਦੀਆਂ ਨੇ, ਉਹਦਾ ਇਸਤੇਮਾਲ ਅੱਜ ਸਾਡੀ ਜ਼ਿੰਦਗੀ ਆਸਾਨ ਬਣਾਉਣ ਦੇ ਵਿੱਚ ਕੀਤਾ ਜਾਂਦਾ ਹੈ। ਇਹ ਸਪੇਸ ਮਿਸ਼ਨਸ ਦੀ ਅਹਿਮੀਅਤ ਆ, ਔਰ ਇਹਦਾ ਕਮਰਸ਼ੀਅਲ ਐਸਪੈਕਟ ਵੀ ਹੈ। ਜਿਹੜੀਆਂ ਕੰਟਰੀਜ਼ ਖੁਦ ਸੈਟਲਾਈਟ ਨਹੀਂ ਲਾਂਚ ਕਰ ਸਕਦੀਆਂ, ਉਹ ਫਿਰ ਦੂਸਰੀਆਂ ਕੰਟਰੀਜ਼ ਨੂੰ ਰਿਕੁਐਸਟ ਕਰਦੀਆਂ ਨੇ, ਔਰ ਬਹੁਤ ਸਾਰਾ ਪੈਸਾ ਇਸ ਤੋਂ ਬਣਾਇਆ ਜਾਂਦਾ ਹੈ। ਔਰ ਬਹੁਤ ਇੰਪੋਰਟੈਂਟ ਚੀਜ਼ ਹੈ, ਜੇ ਫਰਜ਼ ਕਰ ਲਓ ਇਹ ਮੇਰੇ ਕੋਲ ਇੱਕ ਪੈਨ ਹੈ ਇਸ ਸਮੇਂ, ਇਹ ਪੈਨ ਨੂੰ ਮੈਂ ਸਾਹਮਣੇ ਸਾਡੇ ਪੈਨਲ ਮੈਂਬਰਸ ਦੇ ਟੇਬਲ ਦੇ ਉੱਤੇ ਮੈਂ ਇੱਦਾਂ ਸਿੱਟਾਂ, ਮੈਂ ਇਸ ਪੈਨ ਨੂੰ ਟੇਬਲ ਦੇ ਉੱਤੇ ਇਸ ਤਰ੍ਹਾਂ ਸਿੱਟਾਂ, ਪਰ ਮੈਂ ਚਾਹਾਂ ਕਿ ਪੈਨ ਜਿਹੜਾ ਉਹ ਟੇਬਲ ਤੇ ਜਾ ਕੇ ਇੱਦਾਂ ਖੜਾ ਹੋ ਜਾਏ, ਇੱਦਾਂ ਇਹ ਟੇਬਲ ਤੇ ਜਾ ਕੇ ਇੱਦਾਂ ਖੜਾ ਹੋ ਜਾਏ, ਹੋ ਜਾਏਗਾ ਪੋਸੀਬਲ? ਬਹੁਤ ਮੁਸ਼ਕਿਲ ਹੈ, ਕਿਉਂਕਿ ਇਹ ਕ੍ਰੈਸ਼ ਲੈਂਡਿੰਗ ਹੋਏਗੀ, ਇਹ ਸੌਫਟ ਲੈਂਡਿੰਗ ਨਹੀਂ ਹੋਏਗੀ। ਜੇ ਮੈਂ ਟੇਬਲ ਪਹਿਲਾਂ ਤਾਂ ਇਹੀ ਹੋ ਸਕਦਾ ਕਿ ਪਾਰ ਨਿਕਲ ਜਾਏ ਟੇਬਲ ਤੋਂ, ਹੋ ਸਕਦਾ ਹੈ ਟੇਬਲ ਤੋਂ ਥੱਲੇ ਰਹਿ ਜਾਏ, ਸਾਹਮਣੇ ਟੇਬਲ ਹੈ, ਔਰ ਇਹ ਸਿਰਫ ਹਜੇ 5 ਫੁੱਟ ਦੀ ਦੂਰੀ ਤੇ ਹੈ ਸਾਡੇ ਪੈਨਲ ਮੈਂਬਰਸ ਦਾ ਟੇਬਲ। ਸਾਡੇ ਕੋਲ 5 ਮੈਂਬਰਸ ਬੈਠੇ ਨੇ
मैं ਚਾਹਾਂਗਾ ਕਿ ਸਾਡੇ ਦਿਖਾ ਦਿੱਤਾ ਜਾਏ, ਜਿਹੜੇ ਸਾਡੇ 5 ਮੈਂਬਰਸ ਪੂਰੇ ਨੇ, ਟੇਬਲ ਵੀ ਦਿਖਾ ਦਿੱਤਾ ਜਾਏ। ਸੋ ਜੇ ਮੈਂ ਸਾਡੇ ਪੈਨਲ ਮੈਂਬਰਸ ਜਿੱਥੇ ਬੈਠੇ ਨੇ, ਜੇ ਮੈਂ ਇਸ ਤਰ੍ਹਾਂ ਸਿੱਟਾਂਗਾ ਪੈਨ, ਤੇ ਇਹ ਹੋ ਸਕਦਾ ਟੇਬਲ ਤੋਂ ਪਾਰ ਨਿਕਲ ਜਾਏ, ਹੋ ਸਕਦਾ ਟੇਬਲ ਤੋਂ ਇਸ ਤਰਫ ਰਹਿ ਜਾਏ, ਔਰ ਇਹ ਬਹੁਤ ਹੀ ਮੁਸ਼ਕਿਲ ਹੋਏਗਾ ਕਿ ਟੇਬਲ ਦੇ ਉੱਤੇ ਜਾ ਕੇ ਇੱਦਾਂ ਖੜਾ ਹੋ ਜਾਏ। ਜਾਂ ਵੀਲ ਕਮ ਬੈਕ ਨਾਓ ਜੀ। ਸੋ ਮੈਂ ਜਿਹੜੀ ਚੀਜ਼ ਤੁਹਾਨੂੰ ਦਿਖਾ ਰਿਹਾ, ਸੋ ਇਸ ਤਰ੍ਹਾਂ ਜਿੱਦਾਂ ਇੱਦਾਂ ਲੈਂਡ ਹੁੰਦਾ ਤੈਨੂੰ ਸੌਫਟ ਲੈਂਡਿੰਗ ਕਹਾਂਗੇ, ਔਰ ਜੇ ਜਾ ਕੇ ਇੱਦਾਂ ਗਿਰੇਗਾ ਤੈਨੂੰ ਕੀ ਕਹਾਂਗੇ? ਕ੍ਰੈਸ਼ ਲੈਂਡਿੰਗ। और जे ये टेबल के आर पार इस तरह चला जाएगा, सिर्फ इस तरह, ठीक है जी, तो इनू फ्लाई बाय, ये मिशन की होएगा स्पेसक्राफ्ट मान ली इनू पेन नू, ये फ्लाई बाय मिशन होएगा कि ये चंद्रमा के आस पास जाके घूम के वापस आ गया, पर चंद्रमा ते ना इन्हें सॉफ्ट लैंडिंग की ना क्रैश लैंडिंग की, ठीक है। सो जे मैं पेन सिटांगा, क्या ये टेबल के आस पास इदा घूम के वापस आ जाएगा? बड़ा मुश्किल है। टेबल जो मेरे तो 3 फुट दूर है, मेरे को ऐसी कोई टेक्निक नहीं है जी, विल कम बैक, मेरे को ऐसी कोई टेक्निक नहीं है जिहदे जरिए कि मैं टेबल तो इस तरह घूम के ही वापस आ जाए, फ्लाई बाय मिशन भी नहीं कर सकता। तो इमेजिन करो कि वो टेक्निक कितनी ज़बरदस्त होएगी कि जिहदे जरिए एक पूरा स्पेसशिप जिहड़ा वो चंद्रमा के आस पास घूम के ही वापस आ जाता है। 1950s और 60s के विच जदों रशिया नूं ये सवाल पूछा जा रहा था, क्या तुमने कभी चांद को करीब से देखा है? इंडिया तो आज़ाद हुआ सी 1947, किसी ने चांद को करीब से नहीं देखा था। क्या तुमने कभी चांद को छुआ है? किसी ने चांद नू नहीं छुआ सीगा, क्योंकि कोई भी उस समय चांद तक नहीं पहुंचा सीगा। क्या तुम जानते हो कि चांद पे हवा है कि पानी है? जब चांद पे पहुंचे ही नहीं है तो हवा पानी की पता लगेगा। उदी कोई तस्वीर देखी सी किसी ने? सिर्फ दूरों ही देखा सी चांद, कोई करीब तो कोई तस्वीर नहीं सर, कोई तस्वीर भी नहीं। जो रशिया और अमेरिका उस समय यूएसएसआर, ਅਸੀਂ ਕਹਿ ਸਕਦੇ ਹਾਂ यूएसएसआर और यूएसए ਦੀ ਦੌੜ ਲੱਗੀ ਹੋਈ ਸੀ ਇਹਦੇ ਵਿੱਚ ਕਿ ਕੌਣ ਇਸ ਸਾਰੇ ਸਵਾਲਾਂ ਦੇ ਜਵਾਬ ਦਿੰਦਾ ਹੈ ਕਿ ਅਸੀਂ ਚੰਦ ਤੇ ਪਹੁੰਚਣਾ ਹੈ, ਅਸੀਂ ਚੰਦ ਨੂੰ ਛੂਣਾ ਹੈ, ਅਸੀਂ ਦੇਖਣਾ ਉੱਥੇ ਮਿੱਟੀ ਹੈ, ਪਾਣੀ ਹੈ, ਕੀ ਹੈ। ਔਰ ਇਸ ਸਪੇਸ ਦੀ ਰੇਸ ਦੇ ਵਿੱਚ ਬਹੁਤ ਸਾਰੀ ਹੋਰ ਟੈਕਨੋਲੋਜੀਕਲ ਐਡਵਾਂਸਮੈਂਟਸ, ਇਨਵੈਂਸ਼ਨਸ, ਬੜਾ ਕੁਝ ਹੋਣਾ ਹੈ। ਇਹ ਫੋਨ ਦੇ ਵਿੱਚ GPS ਸਿਸਟਮ ਉੱਥੋਂ ਹੀ ਆਉਣਾ, ਹਜ਼ਾਰਾਂ ਚੀਜ਼ਾਂ ਉਸ ਤੋਂ ਆਉਣੀਆਂ ਸੀਗੀਆਂ। ਉਹ ਦੌੜ ਲੱਗੀ ਹੋਈ ਸੀ ਰਸ਼ੀਆ ਔਰ ਅਮਰੀਕਾ ਦੇ ਵਿੱਚ। ਇੰਡੀਆ ਤਾਂ ਬਹੁਤ ਪਿੱਛੇ ਸੀਗਾ। ਸਭ ਤੋਂ ਪਹਿਲਾਂ ਮੈਂ ਦੁਬਾਰਾ ਆਉਣਾ ਹੈ ਕਿ ਜਦੋਂ कोई भी स्पेस क्राफ्ट, इनू तुसीं एक स्पेस क्राफ्ट मान लो, इस पेन नू, जदों भी ये स्पेस क्राफ्ट जिहड़ा है, जदों ये चंद के करीब जाता है और चंद के आस पास सिर्फ घूम के वापस आ जाता है, ठीक है, इनू ऑर्बिटर कहते हैं। तो जे घूमन की भी क्षमता ना रखे, सिर्फ फ्लाई बाय मिशन, बस चंद के करीब तो चला गया। से फॉर इंस्टेंस आ जिहड़ा मेरा फोन है, ये चंद है, यह स्पेस क्राफ्ट कोलों निकल गया, इनू फ्लाई बाय मिशन कहते हैं। सब तो पहला फ्लाई बाय मिशन किहने कीता? रशिया ने। ऑर्बिटर चंद के आस पास घूमना, यह भी रशिया ने कर दिखाया। ये ऑर्बिटर है जी, ठीक है। फिर उस तो बाद क्रैश लैंडिंग। क्रैश लैंडिंग की है कि सब तो पहला जो पेन है ये चंद तक पहुँच गया, उस तो बाद ये पेन का जो ढक्कन है ये अचानक इत्थों निकलिया और थल्ले गिर गया। इसका की फायदा होया जी? जाके क्रैश ही करना सी। फायदा यह होया कि जदों ये जिन्नी देर तक ये जाके गिरदा टच करता है, जिन्नी देर तक ये जाके गिरदा टच करता है उन्नी देर तक बहुत सारिया रिकॉर्डिंग्स, रीडिंग्स, बहुत चीज़ा वो सेंसरस टच कर लेंदे और वो पिछे रिले कर देंगे। क्योंकि एक तो ये दूरों है, सिर्फ ऑर्बिटर है, दिस इज़ ऑर्बिटर, लेकिन एक चीज़ जाके करीब गिरती है। जदों चंद्रयान 1 गया सीगा तो वो क्रैश लैंडिंग हुई सी, वो क्रैश लैंडिंग लिए बनया सीगा। एक चीज़ जाके इस तरह गिरी तो वो जदों तक वो सेंसर टेस्ट कर रहे सी उन्होंने पता लगा, और बहुत सारी मिट्टी भी उड़ी, तो मिट्टी दे तो भी बहुत सारिया चीज़ां सेंस हुई, सेंसर लग्या सी उहदे अंदर, तो पता लगा कि चंद दे उत्ते, चांद दे उत्ते पानी मौजूद, उहदी मिट्टी दे विच या होर चीज़ां चों सेंस किया गया कि यस, जो असीं पहलां सोचिया करदे सी वो गल तां सही निकली। हुण अहम सवाल खड़ा होंदा कि सॉफ्ट लैंडिंग की चीज़ हुई। सॉफ्ट लैंडिंग ये है कि जिहड़ा यह चंद है तो ये उत्ते जदों जाके कोई भी जिहड़ा स्पेस क्राफ्ट है वो जाके इदां खड़ा हो जाता, उहदे कोल पैर है, वो जाके इस तरह खड़ा हो गया चंद्रमा के उत्ते। दिस इज़ सॉफ्ट लैंडिंग, इनू सॉफ्ट लैंडिंग कहा जाता है। और फिर ये सॉफ्ट लैंडिंग तो बाद ये विचों असीं कह सकते हैं रोवर्स, जिन्होंने रोवर्स की चीज़ है, रोबर्ट्स निकलते हैं बाहर और वो बाहर जाके वो चलते हैं चंद्रमा के उत्ते, और फिर वो सारी जानकारी चंद्रमा की देंगे हैं, वो रोवर्स कहा जाता है उन्होंने। और कौन किने सब तो पहला ज़्यादातर चीज़ों के अगे कदे रशिया निकल जाता, ज़्यादातर चीज़ों रशिया अगे निकलिया, फ्लाई बाय मिशन हो गए, ऑर्बिटर स्पेस क्राफ्ट चंद के आस पास चले गए, क्रैश लैंडिंग करवा दी। लेकिन अमेरिका किस चीज़ अगे निकल गया? 1969 जो सारे जानते हैं नील आर्मस्ट्रॉन्ग,
ਨਾ ਸਿਰਫ ਸਪੇਸ ਕ੍ਰਾਫਟ ਚੰਦ ਦੇ ਉੱਤੇ ਗਿਆ, ਬਲਕਿ ਚੰਦ ਦੇ ਉੱਤੇ ਜਾ ਕੇ ਸੌਫਟ ਲੈਂਡਿੰਗ ਵੀ ਹੋਈ ਔਰ ਨੀਲ ਆਰਮਸਟਰਾਂਗ ਨੇ ਜਾ ਕੇ ਕਦਮ ਰੱਖ ਦਿੱਤਾ ਚੰਦ ਦੇ ਉੱਤੇ। ਸੋ ਅ ਮੈਨ ਲੈਂਡਡ ਔਨ ਮੂਨ, ਦੈਟ ਵਾਜ਼ ਅ ਹਿਊਜ ਅਚੀਵਮੈਂਟ। ਠੀਕ ਹੈ, ਇਹ ਪਹਿਲਾਂ ਕਿਹਨੇ ਕੀਤਾ? US ਨੇ। ਫਿਰ ਉਸ ਤੋਂ ਬਾਅਦ ਦੁਬਾਰਾ ਰੋਵਰ ਕੌਣ ਲੱਗੇ ਲੈ ਕੇ ਆਇਆ? ਪਹਿਲਾਂ ਰਸ਼ੀਆ, ਫਿਰ ਅੱਗੇ USSR। 1972 ਆਖਰੀ ਸਾਲ ਸੀਗਾ ਜਦੋਂ ਕਿ ਅਸੀਂ ਮੈਨ ਮਿਸ਼ਨ ਭੇਜਿਆ ਮੂਨ ਦੇ ਉੱਤੇ। 12 ਜਣੇ ਅੱਜ ਤੱਕ ਸਿਰਫ ਚੰਦਰਮਾ ਦੇ ਉੱਤੇ ਕਦਮ ਰੱਖ ਚੁੱਕੇ ਆ, ਸਿਰਫ 12 ਬੰਦੇ। ਇੰਨੀ ਸਾਰੀ ਸਾਡੀ ਜਿਹੜੀ ਪੋਪੂਲੇਸ਼ਨ ਹੈ 8 ਬਿਲੀਅਨ ਤਾਂ ਪ੍ਰੈਜ਼ੈਂਟ ਹੈ, ਇਸ ਤੋਂ ਪਹਿਲਾਂ 8 ਬਿਲੀਅਨ ਤੋਂ ਪਹਿਲਾਂ ਹੀ ਬਹੁਤ ਸਾਰੇ ਲੋਕ ਆਏ, ਇਸ ਦੁਨੀਆ ਚਲੇ ਗਏ, ਲੇਕਿਨ ਸਿਰਫ 12 ਜਣੇ ਚੰਦਰਮਾ ਦੀ ਧਰਤੀ ਤੱਕ ਅੱਜ ਤੱਕ ਪਹੁੰਚੇ ਆ। ਇਹ ਤਾਂ ਕਹਾਣੀ ਹੋ ਗਈ 1947 ਦੀ। 1947 ਇੰਡੀਆ ਆਜ਼ਾਦ ਹੋਇਆ, ਇੰਡੀਆ ਦੇਖ ਰਿਹਾ ਸਭ ਕੁਝ ਕੀ ਹੋ ਰਿਹਾ, ਦੁਨੀਆ ਤਾਂ ਚੰਦ ਤੇ ਜਾ ਰਹੀ ਹੈ, ਕਹਾਵਤ ਬਣ ਗਈ। ਤੁਸੀਂ ਕਿੱਥੇ ਬੈਠੇ ਹੋ? ਇਨਸਾਨ ਤੇ ਚੰਦ ਤੇ ਪਹੁੰਚ ਗਿਆ। ਉਹ ਇਨਸਾਨ ਕੌਣ ਸੀਗਾ? ਉਹ ਤਾਂ ਅਮਰੀਕਨਸ ਪਹੁੰਚੇ ਨੇ। ਇੰਡੀਆ ਕਿੱਥੇ ਆ? ਇਹ ਕਹਾਣੀ 1947 ਤੋਂ 1972 ਤੱਕ ਦੀ ਹੈ, ਲੇਕਿਨ 1972 ਤੋਂ ਬਾਅਦ ਚਾਈਨਾ, ਇੰਡੀਆ, ਬਹੁਤ ਸਾਰੀਆਂ ਹੋਰ ਕੰਟਰੀਜ਼, ਜਾਪਾਨ ਔਰ ਯੂਰੋਪੀਅਨ ਸਪੇਸ ਏਜੰਸੀਜ਼ ਸਭ ਨੇ ਆਪਣੇ ਆਪਣੇ ਸਪੇਸ ਪ੍ਰੋਗਰਾਮਸ ਦੀ ਸ਼ੁਰੂਆਤ ਕੀਤੀ, ਇਨਕਲੂਡਿੰਗ ਪਾਕਿਸਤਾਨ ਨੇ ਵੀ ਸਟਾਰਟ ਕਰ ਦਿੱਤਾ। ਐਜ਼ ਅ ਮੈਟਰ ਆਫ ਫੈਕਟ ਬੜੀ ਇੰਟਰਸਟਿੰਗ ਚੀਜ਼ ਤੁਹਾਨੂੰ ਦੱਸਦੇ ਹਾਂ। ਪਾਕਿਸਤਾਨ ਦਾ ਜਿਹੜਾ ਸਪੇਸ ਪ੍ਰੋਗਰਾਮ ਉਹ ਇੰਡੀਆ ਤੋਂ ਪਹਿਲਾਂ ਸ਼ੁਰੂ ਹੋ ਚੁੱਕਾ ਸੀਗਾ। ਇਸਰੋ ਤੋਂ ਪਹਿਲਾਂ ਪਾਕਿਸਤਾਨ ਨੇ ਆਪਣੀ ਸਪੇਸ ਏਜੰਸੀ ਸਟੈਬਲਿਸ਼ ਕਰ ਲਈ ਸੀਗੀ, ਵਿਜ਼ਨ ਉਹਨਾਂ ਦਾ ਵੀ ਸੀਗਾ। ਹੁਣ ਅਸੀਂ ਵਾਪਸ ਆਉਂਦੇ ਹਾਂ ਇੰਡੀਆ ਦੇ ਉੱਤੇ ਕਿ ਉਸ ਤੋਂ ਬਾਅਦ ਇੰਡੀਆ ਨੇ ਬਹੁਤ ਚੀਜ਼ਾਂ ਕੀਤੀਆਂ ਸਪੇਸ ਦੇ ਵਿੱਚ, ਔਰ ਉਹਨਾਂ ਦੇ ਵਿੱਚੋਂ ਵੱਡੀ ਕਾਮਯਾਬੀ ਜਿਹੜੀ ਹੁਣ ਇੰਡੀਆ ਨੂੰ ਮਿਲੀ ਹੈ ਕਿ ਯੈਸ, ਇੰਡੀਆ ਦਾ ਮਿਸ਼ਨ ਉੱਥੇ ਪਹੁੰਚ ਗਿਆ। ਔਰ ਮੈਂ ਇੱਥੇ ਫਿਰ ਦੁਬਾਰਾ ਜ਼ਿਕਰ ਕਰ ਦਵਾਂ ਕਿ ਬਹੁਤ ਸਾਰੇ ਜਿਹੜੀ ਟੈਕਨੋਲੋਜੀਕਲ ਐਡਵਾਂਸਮੈਂਟਸ ਜਿਹੜੀਆਂ ਕਿ ਜਦੋਂ ਸਪੇਸ ਦੇ ਵਾਸਤੇ ਕੀਤੀਆਂ ਜਾਂਦੀਆਂ ਤੇ ਉਹਦਾ ਫਾਇਦਾ ਸਾਡੇ ਆਮ ਜ਼ਿੰਦਗੀ 'ਚ ਬਹੁਤ ਜ਼ਿਆਦਾ ਹੁੰਦਾ ਹੈ। ਕਮਰਸ਼ੀਅਲ ਐਸਪੈਕਟ ਵੀ ਇਹਦਾ ਬੜਾ ਇੰਪੋਰਟੈਂਟ ਹੈ ਔਰ ਇੱਕ ਤਰ੍ਹਾਂ ਦੀ ਇੱਕ ਪਾਵਰ ਵੀ ਬਣਦੀ ਹੈ। ਮੈਂ ਇੱਕ ਸਿੰਪਲ ਜਿਹਾ ਸਵਾਲ ਤੁਹਾਨੂੰ ਪੁੱਛਦਾ ਹੈ ਕਿ ਜੇ ਇਸ ਪੈਨ ਨੂੰ ਮੈਂ ਪੈਨ ਹੀ ਲੈ ਲੈਣਾ ਜੀ ਦੁਬਾਰਾ ਤੋਂ, ਇਹਨੂੰ ਬਾਅਦ 'ਚ ਸਪੇਸ ਕ੍ਰਾਫਟ ਬਣਾਵਾਂਗੇ ਪੈਨ ਨੂੰ। ਇਹ ਜਿਹੜਾ ਪੈਨ ਹੈ ਇਹਨੂੰ ਜੇ ਮੈਂ ਹਵਾ 'ਚ ਇੱਥੋਂ ਸਿੱਟਣਾ ਹੋਵੇ, ਤੁਸੀਂ ਛੋਟੇ ਹੁੰਦਿਆਂ ਪੜ੍ਹਿਆ ਹੋਏਗਾ, ਮੈਂ ਵੀ ਪੜ੍ਹਿਆ ਸੀਗਾ, ਵਾਟ ਇਜ਼ ਐਸਕੇਪ ਵੈਲੋਸਿਟੀ। ਐਸਕੇਪ ਵੈਲੋਸਿਟੀ ਇਹ ਹੁੰਦੀ ਹੈ ਕਿ ਮੈਂ ਇੰਨੀ ਜ਼ੋਰ ਦੇ ਨਾਲ ਇਸ ਪੈਨ ਨੂੰ ਹਵਾ 'ਚ ਸਿੱਟਾਂ, ਇੰਨੀ ਤੇਜ਼ੀ ਨਾਲ ਇਹਦੀ ਵੈਲੋਸਿਟੀ ਹੋਏ ਕਿ ਜਿਹੜੀ ਅਰਥ ਦੀ ਗ੍ਰੈਵਿਟੇਸ਼ਨਲ ਪੁੱਲ ਆ ਉਸ ਤੋਂ ਬਾਹਰ ਨਿਕਲ ਜਾਏ। ਦੈਟ ਇਜ਼ ਕਾਲਡ ਐਜ਼ ਦਾ ਐਸਕੇਪ ਵੈਲੋਸਿਟੀ। ਆਪਾਂ ਸਾਰਿਆਂ ਨੇ ਫਿਜ਼ਿਕਸ 'ਚ ਪੜ੍ਹਿਆ, ਸਿੰਪਲ ਜੀ ਗੱਲ ਆ। ਲੇਕਿਨ ਕੀ ਮੈਂ ਇੰਨੀ ਜ਼ੋਰ ਨਾਲ ਇਹਨੂੰ ਸਿੱਟ ਸਕਦਾ ਹਾਂ ਹਵਾ ਦੇ ਵਿੱਚ ਕਿ ਜਿਹੜਾ ਪੈਨ ਹੈ ਇਹ ਸਪੇਸ ਦੇ ਵਿੱਚ ਚਲਾ ਜਾਏ? ਮੇਬੀ ਨਾਟ, ਸ਼ਾਇਦ ਐਸਾ ਪੋਸੀਬਲ ਨਾ ਹੋ ਸਕੇ। ਸੋ ਇਹ ਤਾਂ ਸਿਰਫ ਇੱਕ ਛੋਟਾ ਜਿਹਾ ਪੈਨ ਆ ਜਿਹਨੂੰ ਕਿ ਇਹਦੇ ਵਾਸਤੇ ਕੀ ਚੀਜ਼ਾਂ ਚਾਹੀਦੀਆਂ? ਪ੍ਰੋਪਲਸ਼ਨ। ਰਾਕੇਟ ਤਾਂ ਬਣਾਉਣਾ ਇੱਕ ਵੱਡੀ ਗੱਲ ਆ, ਸਪੇਸ ਕ੍ਰਾਫਟ ਬਣਾਉਣਾ ਇੱਕ ਵੱਡੀ ਗੱਲ ਆ, ਫਿਰ ਉਸ ਰਾਕੇਟ ਨੂੰ ਪ੍ਰੀਸਾਈਜ਼ਲੀ ਸਹੀ ਡਾਇਰੈਕਸ਼ਨ ਵੱਲ ਭੇਜਣਾ, ਠੀਕ ਹੈ, ਉਹਨੂੰ ਪ੍ਰੋਪੈਲ ਕਰਨਾ, ਉਹਨੂੰ ਉਹ ਸਪੀਡ ਦੇਣੀ, ਐਸਕੇਪ ਵੈਲੋਸਿਟੀ ਦੇਣੀ, ਉਹ ਬਹੁਤ ਬੜੀ ਗੱਲ ਹੈ। ਫਿਰ ਉਸ ਤੋਂ ਬਾਅਦ ਉਹ ਸਹੀ ਜਗ੍ਹਾ ਜਾ ਕੇ ਬੈਠ ਜਾਏ, ਕਿੱਥੇ ਬੈਠ ਜਾਏ, ਔਰ ਉੱਥੋਂ ਕਮਿਊਨੀਕੇਸ਼ਨ। ਤੁਸੀਂ ਸੋਚੋ ਕਿਆ ਜ਼ਬਰਦਸਤ ਕਮਿਊਨੀਕੇਸ਼ਨ ਦੀ ਟੈਕਨੋਲੋਜੀ ਹੈ, ਕਿਆ ਜ਼ਬਰਦਸਤ ਪ੍ਰੋਪਲਸ਼ਨ ਟੈਕਨੋਲੋਜੀ ਹੈ, ਕਿਆ ਪ੍ਰੀਸੀਜਨ ਹੈ, ਐਕੂਰੇਸੀ ਹੈ ਕਿ ਚੰਦ ਦੇ ਇਸ ਹਿੱਸੇ ਤੇ ਜਾ ਕੇ ਤੁਸੀਂ ਲੈਂਡ ਕਰਨਾ ਜੀ, ਸਾਊਥ ਪੋਲ ਤੇ ਲੈਂਡ ਕਰਨਾ ਤੁਸੀਂ, ਕਿੱਥੇ? ਚੰਦ ਤੇ। ਤੇ ਜੇ ਇੰਡੀਆ ਇਹ ਰਾਕਟ, ਜਿਹੜੀ ਵੀ ਕੰਟਰੀ ਕੋਲੇ ਪਾਵਰ ਹੋਏਗੀ, ਕਮਿਊਨੀਕੇਸ਼ਨ ਦੀ ਪਾਵਰ ਹੈ, ਜੋ ਕੁਝ ਅੱਜ ਫੋਨ ਹੈ, ਇੰਟਰਨੈਟ ਹੈ, ਸਭ ਕੁਝ ਕਮਿਊਨੀਕੇਸ਼ਨ ਦੇ ਦਾਇਰੇ 'ਚ ਆ। ਸੋ ਕਮਿਊਨੀਕੇਸ਼ਨ ਕਿੰਨੀ ਐਡਵਾਂਸ ਹੋ ਗਈ ਉਸ ਕੰਟਰੀ ਦੀ, ਔਰ ਉਹ ਹੋਰ ਕੰਟਰੀਜ਼ ਨੂੰ ਆਪਣੀ ਟੈਕਨੋਲੋਜੀ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਸੈਲ ਕਰ ਸਕਦਾ। ਕਮਿਊਨੀਕੇਸ਼ਨ ਕਿੰਨੀ ਐਡਵਾਂਸ ਹੈ, ਪ੍ਰੀਸੀਜਨ ਕਿੰਨੀ ਐਡਵਾਂਸ ਹੈ, ਪ੍ਰੋਪਲਸ਼ਨ ਕਿੰਨੀ ਐਡਵਾਂਸ ਹੋ ਗਈ। ਫਿਰ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਸੌਫਟਵੇਅਰ ਦੀ ਬੜੀ ਇੰਪੋਰਟੈਂਸ ਹੈ, ਕਿਉਂਕਿ ਚੰਦਰਯਾਨ 2 ਦੇ ਵਿੱਚ ਸੌਫਟਵੇਅਰ, ਆਊਟ ਆਫ ਦਾ 3 ਮੇਜਰ ਰੀਜਨ, ਸੌਫਟਵੇਅਰ ਫੇਲੀਅਰ ਵਾਜ਼ ਵਨ ਆਫ ਦ ਅਨਦਰ ਰੀਜ਼ਨ। ਇੰਡੀਆ ਸੌਫਟਵੇਅਰ 'ਚ ਵੈਸੇ ਬੜਾ ਸਟਰੋਂਗ ਹੈ। ਸੋ ਸੌਫਟਵੇਅਰ ਦੀ ਟੈਕਨੋਲੋਜੀ ਕਿੰਨੀ ਐਡਵਾਂਸ ਹੋਈ ਉਸ ਕੰਟਰੀ ਦੀ, ਜਿਹੜੀ ਇਹ ਸਾਰੀਆਂ ਚੀਜ਼ਾਂ ਕਰ ਰਿਹਾ। ਸੋ ਇਹਦੇ ਕਾਰਨ ਇਹਦੇ ਤੇ ਲਗਾਤਾਰ ਰਿਸਰਚ ਕਰਨਾ ਹਰ ਚੀਜ਼ ਦੇ ਉੱਤੇ ਬਹੁਤ ਜ਼ਿਆਦਾ ਜ਼ਰੂਰੀ ਹੈ, ਜੋ ਇੰਡੀਆ ਅੱਜ ਅਫੋਰਡ ਕਰ ਪਾ ਰਿਹਾ ਹੈ, ਕਿਉਂਕਿ ਇੰਡੀਆ ਦੀ ਹੁਣ ਕੁਝ ਹੱਦ ਤੱਕ ਗਰੋਥ ਹੋ ਗਈ ਹੈ। ਇੰਡੀਆ ਸਟਿਲ ਅਸੀਂ ਕਹਿ ਸਕਦੇ ਹਾਂ ਡਿਵੈਲਪਿੰਗ ਕੰਟਰੀ ਆ ਜਾਂ ਐਡਵਾਂਸ ਕੰਟਰੀ ਹੋ ਚੁੱਕਾ ਹੈ, ਬਟ ਹਜੇ ਡਿਵੈਲਪਡ ਕੰਟਰੀ ਵਾਸਤੇ ਹਜੇ ਬਹੁਤ ਰਸਤਾ ਬਾਕੀ ਹੈ। ਲੇਕਿਨ ਜੇ ਡਿਵੈਲਪਡ ਨੇਸ਼ਨ ਬਣਨਾ ਹੈ ਤੇ ਉਸ ਦੇ ਰਸਤੇ ਦੇ ਵਿੱਚ ਇਹ ਟੈਕਨੋਲੋਜੀ ਦੀ ਐਡਵਾਂਸਮੈਂਟ ਜਿਹੜੀ ਹੈ ਬੜੀ ਜ਼ਰੂਰੀ ਹੈ। ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਜਿਹੜੀ ਇਹ ਟੈਕਨੋਲੋਜੀ ਦੀ ਐਡਵਾਂਸਮੈਂਟ ਹੈ, ਵਰਨਾ ਉਹ ਵਿਜ਼ਨ ਇਸੇ ਚੀਜ਼ ਨੂੰ ਕਿਹਾ ਜਾਂਦਾ ਕਿ ਕੀ ਉਹ ਵਿਜ਼ਨ ਹੈ ਕਿ ਆਉਣ ਵਾਲੇ 10, 15, 20, 30 ਸਾਲਾਂ 'ਚ ਅਸੀਂ ਜਾਣਾ ਕਿੱਥੇ ਹੈ। ਦੈਟ ਇਜ਼ ਆਲ ਅਬਾਊਟ ਵਿਜ਼ਨ।